100 ਮੁਰੱਬਾ ਜ਼ਮੀਨ ਦਾ ਤੇ ਸਾਰੇ ਮੁਲਕ ਦੀ ਬਾਦਸ਼ਾਹਤ। ਇੱਕ ਬਾਦਸ਼ਾਹਜ਼ਾਦੀ ਨੇ ਸ਼ਰਤ ਲਾ ਦਿੱਤੀ। ਉਸ ਆਖਿਆ ਵੀ ਮੈਂ ਵਿਆਹ ਉਹਦੇ ਨਾਲ ਕਰਾਣਾ ਜਿਹੜਾ ਬੱਕਰੀ ਰਜਾ ਕੇ ਮੈਨੂੰ ਵਿਖਾ ਛੱਡੇ। ਜਿਸ ਵਕਤ ਸ਼ਾਮ ਨੂੰ ਬੱਕਰੀ ਰੱਜ ਕੇ ਆਏਗੀ, ਜੇ ਆ ਕੇ ਪੱਠਿਆਂ ਨੂੰ ਮੂੰਹ ਨਾ ਲਾਵੇ ਤੇ ਉਹਦੇ ਨਾਲ ਮੈਂ ਸ਼ਾਦੀ ਕਰਵਾ ਲਵਾਂ। ਉਹ ਜਿਸ ਵਕਤ ਖਬਰ ਫੈਲ ਗਈ ਤੇ ਜਨਾਬ ਜਿੰਨੇ ਵੀ ਕਾਣੇ ਗੰਜੇ ਲੂਲੇ ਲੰਗੜੇ ਹੈ ਸਨ ਸਾਰੇ ਅਲੀ ਅਲੀ ਕਰਦੇ ਦੌੜਦੇ ਆਏ ਕਿ ਚਲੋ ਕੰਮ ਜਿਹੜਾ ਨਾ ਉਹ ਬਣਨ ਲੱਗਾ। ਉਹ ਜਨਾਬ ਬੱਕਰੀ ਲੈ ਕੇ ਜਾਣ, ਸਾਰਾ ਦਿਨ ਉਹਨੂੰ ਰਜਾਉਂਦੇ ਰਹਿਣ ਤੇ ਸ਼ਾਮ ਨੂੰ ਜਿਸ ਵਕਤ ਵਾਪਸ ਲੈ ਕੇ ਆਉਣ ਨਾ ਤੇ ਉਹ ਬਾਦਸ਼ਾਹਜ਼ਾਦੀ ਜਿਹੜੀ ਸੀ ਨਾ ਸ਼ਹਿਜ਼ਾਦੀ, ਉਹ ਜਨਾਬ ਉਹਨਾਂ ਅੱਗੇ ਫਿਰ ਬੱਕਰੀ ਦੇ ਅੱਗੇ ਹਰੇ ਪੱਠਿਆਂ ਦੀ ਮੁੱਠ ਕਰੇ ਤੇ ਬੱਕਰੀ ਫਿਰ ਭੱਜ ਕੇ ਉਹਨਾਂ ਨੂੰ ਪੈ ਜਾਵੇ। ਉਹ ਜਨਾਬ ਜਿਹੜਾ ਲੈ ਕੇ ਆਏ ਉਹਨੂੰ ਫੜ ਕੇ ਜਨਾਬ ਉਹ ਅੰਦਰ ਡੱਕ ਛੱਡਿਆ ਕਿ ਇਹਨੂੰ 10 ਸਾਲ ਸਜ਼ਾ ਦੇ ਦਿਓ, ਇਹਨੇ ਮੇਰੇ ਨਾਲ ਧੋਖਾ ਕੀਤਾ। ਉਹ ਜਨਾਬ ਜਿਸ ਵਕਤ ਸਾਰੇ ਭੁਗਤ ਗਏ ਨਾ, ਅਖੀਰ ਦੇ ਉੱਤੇ ਇੱਕ ਬਾਬਾ ਰਹਿ ਗਿਆ ਜਿਹਦੀ ਤਾਜ਼ੀ ਤਾਜ਼ੀ ਨਾਲ ਦੀ ਮਰੀ ਸੀ। ਉਹਨੇ ਕਿਹਾ ਚਲੋ ਮੈਂ ਜਾਣਾ ਵਾ ਤੇ ਮੈਂ ਜਾ ਕੇ ਕੋਸ਼ਿਸ਼ ਕਰਨਾ ਵਾ, ਜੇ ਤੇ ਗੱਲ ਬਣ ਗਈ ਤੇ ਫਿਰ ਤੇ ਜਨਾਬ ਫਿਰ ਜਵਾਨੀ ਵਾਪਸ ਆ ਜਾਏਗੀ, ਤੇ ਜੇ ਨਾ ਬਣੀ ਤੇ ਫਿਰ ਮਰੇ ਤੇ ਅੱਗੇ ਹੀ ਆ। ਨਾਲ ਦੀ ਜੋ ਲੱਗੀ ਗਈ ਹੈ ਤੇ ਆਪ ਤੇ ਫਿਰ ਅੱਗੇ ਜਨਾਬ ਗਏ ਗਵਾਏ ਚਾਹੀਆਂ। ਜਿਸ ਵਕਤ ਗਿਆ ਉਹਨੇ ਕਿਹਾ ਜੀ ਲਿਆਓ ਮੈਂ ਸ਼ਰਤ ਪੂਰੀ ਕਰਨਾ। ਬੱਕਰੀ ਨੂੰ ਉਹਨੇ ਫੜਿਆ ਤੇ ਲੈ ਗਿਆ ਬਾਹਰ। ਸਾਰਾ ਦਿਨ ਜਨਾਬੇ ਵਾਲਾ ਉੱਥੇ ਲੈ ਕੇ ਲਗਾ ਫਿਰਿਆ ਤੇ ਤਰੀਕਾਕਾਰ ਉਹਨੇ ਕੀ ਫੜਿਆ, ਇੱਕ ਹੱਥ 'ਚ ਜਨਾਬ ਪੱਠਿਆਂ ਦੀ ਮੁੱਠ ਫੜ ਲਈ ਤੇ ਦੂਜੇ ਹੱਥ 'ਚ ਸੋਟੀ ਫੜ ਲਈ ਤੇ ਬੱਕਰੀ ਨੂੰ ਅੱਗੇ ਖਾ। ਜਿਹੜੇ ਵੇਲੇ ਬੱਕਰੀ ਆਪਣਾ ਮੂੰਹ ਨੇੜੇ ਕਰੇ ਤੇ ਅੱਗੋਂ ਮਾਰੇ ਸੋਟੀ ਉਹਦੇ ਮੂੰਹ ਦੇ ਉੱਤੇ ਤੇ ਬੱਕਰੀ ਫਿਰ ਮੂੰਹ ਪਰਾਂ ਕਰ ਲਵੇ। ਜਿਹੜੇ ਵੇਲੇ ਮੂੰਹ ਨੇੜੇ ਕਰੇ ਤੇ ਅੱਗੋਂ ਜਨਾਬ ਸੋਟੀ ਮਾਰੇ ਉਹਦੀਆਂ ਨਾਸਾਂ ਤੇ ਬੱਕਰੀ ਫਿਰ ਮੂੰਹ ਪਰਾਂ ਕਰ ਲਵੇ। ਸਾਰਾ ਦਿਨ ਜਨਾਬ ਉਸ ਬਾਬੇ ਨੇ ਬੱਕਰੀ ਨੂੰ ਪੱਠੇ ਨਹੀਂ ਖਾਣ ਦਿੱਤੇ, ਸੋਟੀਆਂ ਹੀ ਮਾਰਦਾ ਰਿਹਾ ਮੂੰਹ ਦੇ ਉੱਤੇ। ਜਿਸ ਵਕਤ ਸਾਰਾ ਦਿਨ ਲੰਘ ਗਿਆ ਨਾ ਤੇ ਰਾਤ ਨੂੰ ਜਨਾਬ ਉਹ ਬੱਕਰੀ ਜਿਸ ਵਕਤ ਵਾਪਸ ਆਈ, ਬਾਦਸ਼ਾਹਜ਼ਾਦੀ ਲੱਗੀ ਟੈਸਟ ਲੈਣ। ਉਹਨੇ ਜਨਾਬ ਪੱਠਿਆਂ ਦੀ ਮੁੱਠ ਜਿਹੜੀ ਉਸ ਬੱਕਰੀ ਦੇ ਅੱਗੇ ਕੀਤੀ ਤੇ ਬੱਕਰੀ ਪੱਠਿਆਂ ਨੂੰ ਮੂੰਹ ਹੀ ਨਾ ਕੀਤਾ। ਉਹਨੂੰ ਪਤਾ ਸੀ ਸਾਰਾ ਦਿਨ ਤੇ ਡਾਂਗਾ ਇਸੇ ਕੰਮ ਤੋਂ ਖਾਂਦੀ ਰਹੀਆਂ, ਸਾਰਾ ਦਿਨ ਮਾਰ ਇਸੇ ਕੰਮ ਤੋਂ ਖਾਂਦੀ ਰਹੀਆਂ, ਤੇ ਜੇ ਹੁਣ ਵੀ ਇਧਰ ਮੂੰਹ ਕੀਤਾ ਤੇ ਅੱਗੋਂ ਡਾਂਗ ਹੀ ਨਾ ਪੈ ਜਾਵੇ ਕਿਧਰੇ। ਤੇ ਉਹ ਗੱਲ ਕਰਨ ਦਾ ਮਕਸਦ ਇਹ ਵੇ ਕਿ ਉਹ ਬੇਲੀਓ ਅੱਜ ਹਾਲ ਜਿਹੜਾ ਨਾ ਉਹ ਸਾਡਾ ਵੀ ਇਹ ਹੀ ਹੋ ਗਿਆ। ਅਸੀਂ ਵੀ ਜੇ ਕਿਸੇ ਪਾਸੇ ਕੋਈ ਕਾਰੋਬਾਰ ਨੂੰ ਮੂੰਹ ਕਰਨੇ ਆ ਨਾ ਤੇ ਅੱਗੋਂ ਜਨਾਬ ਸਾਨੂੰ ਇੰਜ ਦੀ ਪੈਂਦੀ ਹੈ ਕਿ ਅਸੀਂ ਜਾਂਦੇ ਆ ਇੱਥੇ ਕਾਰੋਬਾਰ ਕਰਨ ਨਾਲੋਂ ਬਿਹਤਰ ਹੈ ਕਿ ਜਨਾਬ ਕੋ 4 ਲੱਖ ਲਾ ਕੇ ਬਾਹਰ ਟੁੱਟ ਇੱਥੇ ਕੰਮ ਕਰਨ ਨਾਲੋਂ ਬਿਹਤਰ ਹੈ ਕੋਈ ਜਨਾਬੇ ਵਾਲਾ ਆਪਣਾ ਆਪ ਵੇਚ ਕੇ ਵੀ ਜਾਣਾ ਪਵੇ ਤੇ ਇੱਥੋਂ ਨਿਕਲ ਜਾਓ। ਉਹ ਖੈਰ ਜਨਾਬ ਲੋਕੀ ਸਾਰੇ ਬੜੇ ਹੈਰਾਨ ਹੋਏ। ਉਹਨਾਂ ਕਿਹਾ ਲੈ ਬਈ ਬੱਲੇ ਅਸੀਂ ਐਵੇਂ ਹੱਥ ਮਲਦੇ ਹੀ ਰਹਿ ਗਏ ਆ। ਬਾਬਾ ਜਿਹੜਾ ਬਾਜ਼ੀ ਲੈ ਗਿਆ, ਉਹਨੇ ਕਿਹਾ ਲਿਆਓ ਬਈ ਤਿਆਰ ਕਰੋ ਮੇਰੀ ਦੁਲਹਨ ਤਿਆਰ ਕਰੋ। ਜਿਸ ਵਕਤ ਵਿਆਹ ਵਿਊ ਹੋ ਗਿਆ, ਨਿਕਾਹ ਨਕੂ ਕਰਕੇ ਘਰ ਲੈ ਗਿਆ। ਦੂਜੇ ਦਿਨ ਜਨਾਬ ਮਹੱਲੇਦਾਰਾਂ ਦੇ ਵਿੱਚ ਬੈਠਾ ਤੇ ਉਸ ਆਖਿਆ ਹਾਂ ਬਈ ਸੁਣਾਓ। ਉਹਨਾਂ ਕਿਹਾ ਅਸਾਂ ਕੀ ਸੁਣਾਣਾ, ਤੂੰ ਸੁਣਾ। ਅਸੀਂ ਤੇ ਮਰ ਗਏ ਆ, ਸਾਰਾ ਪਿੰਡ ਸਾਨੂੰ ਲੱਭੀ ਨਹੀਂ ਤੇ ਤੂੰ ਕੀ ਤਰੀਕਾ ਵਰਤਿਆ ਸੀ। ਉਹਨੇ ਕਿਹਾ ਪੁੱਤਰ ਆ ਜਿਹੜੇ ਵਾਲ ਚਿੱਟੇ ਕੀਤੇ ਨੇ ਨਾ ਇਹ ਧੁੱਪ ਨਾਲ ਨਹੀਂ ਹੋਏ, ਤਜਰਬਾ ਵੀ ਕੋਈ ਬੜੀ ਸ਼ੈ ਹੁੰਦੀ ਹੈ। ਤੇ ਗੱਲ ਕਰਨ ਦਾ ਮਕਸਦ ਇਹ ਵੇ ਕਿ ਬਾਬਿਆਂ ਬਿਨਾ ਬੱਕਰੀਆਂ ਜਿਹੜੀਆਂ ਨੇ ਉਹ ਨਹੀਂ ਚੱਲਦੀਆਂ ਹੁੰਦੀਆਂ। ਉਹ ਕਿਸੇ ਬੰਦੇ ਨੇ ਆਖਿਆ ਸੀ ਜੰਜ ਗਈ ਸੀ ਨਾ ਤੇ 100 ਬੰਦਾ ਸੀ ਬਰਾਤੀ ਤੇ ਨਾਲ ਅਗਲਿਆਂ ਨੇ 100 ਹੀ ਬੱਕਰਾ ਦੇ ਛੱਡਿਆ। ਉਹਨਾਂ ਕਿਹਾ ਬਈ 100 ਬੰਦਾ ਹੈ ਤੇ 100 ਹੀ ਬੱਕਰਾ ਹੈ, ਖਾਓਗੇ ਮਕਾਓਗੇ ਤੇ ਫੇਰ ਜਨਾਬੇ ਵਾਲਾ ਤੁਹਾਨੂੰ ਵਾਪਸ ਜਾਣ ਦੇਣਾ। ਉਹ ਬੰਦੇ ਬੜੇ ਪਰੇਸ਼ਾਨ ਹੋਏ। ਉਹਨਾਂ ਕਿਹਾ ਵੀ 100 ਹੀ ਬੰਦਾ, ਇੱਕ ਬੰਦਾ ਇੱਕ ਬੱਕਰਾ ਕਿਵੇਂ ਖਾਏਗਾ। ਉਹਨਾਂ ਕਿਹਾ ਹੁਣ ਕੀ ਕਰੀਏ। ਉਹ ਬਾਬਾ ਸੀ ਇੱਕ, ਉਹਨਾਂ ਲੁਕਾ ਕੇ ਨਾਲ ਆਂਦਾ। ਮੁਖਤਸਰ ਗੱਲ ਇਹ ਵੇ ਉਹ ਬਾਬੇ ਨੂੰ ਕੱਢ ਕੇ ਆਂਦਾ ਤੇ ਉਹਨਾਂ ਕਿਹਾ ਬਾਬਾ ਜੀ ਕੋ ਦੱਸੋ, ਤੁਸੀਂ ਤਰੀਕਾ ਦੱਸੋ। ਉਹਨਾਂ ਕਿਹਾ ਪੁੱਤਰਾ ਤਰੀਕਾ ਇਹਦਾ ਇਹ ਵੇ ਕਿ ਜਿਸ ਵਕਤ ਲੰਗਰ ਸ਼ੁਰੂ ਹੋਵੇ ਤੇ ਇਹਨਾਂ ਨੂੰ ਆਖਿਆ ਜੇ ਕਿ ਸਾਰੇ ਇੱਕੋ ਵਾਰੀ ਨਹੀਂ ਪਕਾਣੇ, ਇੱਕ ਇੱਕ ਪਕਾ ਕੇ ਲਈ ਜਾਓ। 100 ਮਣ ਆਟਾ ਵੀ ਖਾ ਲਵਾਂਗੇ ਤੇ 100 ਬੱਕਰਾ ਜਿਹੜਾ ਉਹ ਵੀ ਖਾ ਲਵਾਂਗੇ। ਤੇ ਯਾਨੀ ਸਿਆਣਿਆਂ ਬੰਦਿਆਂ ਤੋਂ ਬਗੈਰ ਜਿਹੜਾ ਨਾ ਉਹ ਨਿਜ਼ਾਮ ਨਹੀਂ ਚੱਲਦਾ ਹੁੰਦਾ। ਉਹ ਜਿਸ ਵਕਤ ਇਕੱਠੇ ਪਕਾਣੇ ਸਨ ਤੋਂ ਕਿਤੇ ਕੋਲੋਂ ਖਾਦੇ ਜਾਣੇ ਸਨ। ਇੱਕ ਪਕਾ ਕੇ ਲਿਆਉਂਦੇ ਸਨ ਤੇ ਇੱਕ ਮਨ ਆਟਾ ਪਕਾ ਕੇ ਲਿਆਉਂਦੇ ਸਨ। ਉਹ ਜਨਾਬ 100 ਬੰਦਾ ਸੀ, ਇੱਕ ਇੱਕ ਰੋਟੀ ਆਉਂਦੀ ਸੀ ਤੇ ਇੱਕ ਇੱਕ ਬੋਟੀ ਆਉਂਦੀ ਸੀ। ਉਹ ਮਕਾ ਲੈਂਦੇ ਸਨ, ਅਗਲਾ ਆਉਂਦਿਆਂ ਨੂੰ ਹਜਮ ਹੋ ਜਾਂਦਾ ਸੀ। ਇੰਜ 100 ਬੱਕਰਾ ਵੀ ਗਿਆ ਤੇ 100 ਮਨ ਆਟਾ ਵੀ ਜਿਹੜਾ ਉਹਨਾਂ ਖਾ ਲਿਆ। ਤੇ ਗੱਲ ਇਹ ਵੇ ਕਿ ਉਮਰ ਦੇ ਨਾਲ ਤਜਰਬਾ ਲੱਭਦਾ ਤੇ ਤਜਰਬੇ ਨਾਲ ਗੱਲਾਂ ਹੁੰਦੀਆਂ ਨੇ। ਸਾਰੀਆਂ ਗੱਲਾਂ ਕਿਤਾਬਾਂ 'ਚੋਂ ਨਹੀਂ ਲੱਭਦੀਆਂ, ਕੁਝ ਵੱਡਿਆਂ ਦੇ ਕੋਲ ਬਹਿਣ ਨਾਲ ਵੀ ਪਤਾ ਲੱਗਦਾ। ਨੌਜਵਾਨਾਂ ਅੱਗੇ ਗੁਜ਼ਾਰਿਸ਼ ਹੈ ਕਿ ਆਪਣੇ ਵੱਡਿਆਂ ਕੋਲ ਬਿਆਹ ਕਰੋ ਤੇ ਕੋਈ ਸਬਕ ਦੀਆਂ ਗੱਲਾਂ ਜਿਹੜੀਆਂ ਨੇ ਸਿੱਖਿਆ ਕਰੋ। ਗੱਲ ਚੰਗੀ ਲੱਗੀ ਹੋਵੇ ਤੇ ਲਾਈਕ ਕਰਿਆ ਜੇ, ਮੈਸੇਜ ਕਰਕੇ ਖਿਆਲਾਤ ਦਾ ਇਜ਼ਹਾਰ ਜ਼ਰੂਰ ਕਰਿਆ ਜੇ ਤੇ ਦੂਸਰੇ ਦੋਸਤਾਂ ਤੱਕ ਸ਼ੇਅਰ ਕਰਕੇ ਪਹੁੰਚਾਇਆ ਜੇ। अस्सलामु अलैकुम वरहमतुल्लाहि।